ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆਂ ਸੋਹੀ ਹੈ, ਸਭਨਾਂ ਦਾ ਵਿਸਾਹ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਪੰਜਵਾਂ। ਰਾਸ ਮੰਡਲ ਕੀਨੋ ਆਖਾਰਾ, ਸਗਲੋ ਸਾਜ ਰਖਿਓ ਪਾਸਾਰਾ। ਰਾਸ ਮੰਡਲ ਕੀਨੋ ਆਖਾਰਾ, ਸਗਲੋ ਸਾਜ ਰਖਿਓ ਪਾਸਾਰਾ। ਰਹਾ ਬਹੁ ਬਿਧ ਰੂਪ ਰੰਗ ਆਪਾਰਾ, ਪੇਖੈ ਖੁਸ਼ੀ ਭੋਗ ਨਹੀਂ ਹਾਰਾ। ਸਭ ਰਸ ਲੈਤ ਬਸਤ ਨਿਰਾਰਾ, ਬਰਨ ਚਿਹਨ ਨਾਹੀ ਮੁਖ ਨਾ ਮਾਸਾਰਾ। ਕਹਿਨ ਨਾ ਜਾਈ ਖੇਲ ਤੁਹਾਰਾ, ਨਾਨਕ ਰੇਣ ਸੰਤ ਚਰਨਾਰਾ। ਬਰਨ ਚਿਹਨ ਨਾਹੀ ਮੁਖ ਨਾ ਮਾਸਾਰਾ, ਕਹਿਨ ਨਾ ਜਾਈ ਖੇਲ ਤੁਹਾਰਾ। ਨਾਨਕ ਰੇਨ ਸੰਤ ਚਰਨਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼। ਸੰਧਿਆ ਸਮੇਂ ਅਸੀਂ ਗੁਰੂ ਦਰਬਾਰ ਦੀ ਇਸ ਆਭਾ ਨੂੰ ਮਾਣ ਪਾ ਰਹੇ ਹਾਂ। ਸ਼ਾਮ ਦੇ ਦੀਵਾਨ ਚੱਲ ਰਹੇ ਨੇ। ਰਹਿਰਾਸ ਸਾਹਿਬ ਜੀ ਦੇ ਪਾਵਨ ਪਾਠ ਤੋਂ ਉਪਰੰਤ ਗੁਰਬਾਣੀ ਕੀਰਤਨ ਰਾਗੀ ਵੀਰ ਆਪ ਨੂੰ ਸਰਵਣ ਕਰਵਾ ਰਹੇ ਸੀ। ਹੁਣ ਸਮਾਂ ਬਣਿਆ ਗੁਰ ਸ਼ਬਦ ਵਿਆਖਿਆਨ ਦਾ। ਇਸ ਗੋਚਰੇ ਸੂਹੀ ਰਾਗ ਇਹ ਅਸੀਂ ਵਿਚਾਰਦੇ ਹਾਂ। ਗੁਰੂ ਅਰਜਨ ਪਾਤਸ਼ਾਹ ਜੀ ਦਾ ਪਾਵਨ ਸੰਦੇਸ਼ ਆਪ ਜੀ ਸਰਵਣ ਕਰਦੇ ਹੋ। ਇਸ ਲੜੀ ਵਿੱਚ ਅਗਲੇਰਾ ਸ਼ਬਦ ਆਪ ਨੇ ਸਰਵਣ ਕਰ ਲਿਆ। ਵਿਚਾਰ ਦੀ ਪ੍ਰਾਰੰਭਤਾ ਮੁੱਖ ਸੁਨੇਹੇ ਤੋਂ ਮੁਰਾਦ ਰਹਾਉ ਦੇ ਪਦੇ ਤੋਂ ਕਰ ਰਹੇ ਹਾਂ। ਗੁਰਦੇਵ ਜ਼ਿਕਰ ਕਰ ਰਹੇ ਨੇ, ਰਾਸ ਮੰਡਲ ਕੀਨੋ ਆਖਾਰਾ, ਸਗਲੋ ਸਾਜ ਰਖਿਓ ਪਾਸਾਰਾ। ਰਹਾਉ ਰਾਸ ਮੰਡਲ ਕੀਨੋ ਆਖਾਰਾ। ਅੱਜ ਉਹ ਦਿਸਦਾ ਸੰਸਾਰ ਆ ਜਿਹਦੇ 'ਚ ਅਸੀਂ ਜੀ ਰਹੇ ਹਾਂ, ਵਿਚਰ ਰਹੇ ਹਾਂ। ਇਸ ਨੂੰ ਬੰਦਾ ਇੰਜੋਏ ਕਰਦਾ ਹੈ, ਇਸ ਨੂੰ ਐਕਸਪਲੋਰ ਕਰਦਾ ਹੈ। ਜਿਵੇਂ ਜਿਵੇਂ ਇਹਦੇ 'ਚ ਇਨਵੋਲਵਮੈਂਟ ਵੱਧਦੀ ਹੈ, ਕਈ ਵਾਰ ਬੜੇ ਦਾਰਸ਼ਨਿਕ ਪੱਖ ਤੋਂ, ਜਿਹਨੂੰ ਅਸੀਂ ਕਹੀਏ ਕਿ ਬੜੀ ਫਿਲਾਸਫੀਕਲ ਸਾਈਡਸ ਤੋਂ, ਬੰਦੇ 'ਚ ਇੱਕ ਬੰਦਾ ਕਿਊਰੀਅਸ ਹੁੰਦਾ ਆ, ਇਹ ਦੁਨੀਆ ਕਿਵੇਂ ਬਣੀ, ਕਿਉਂ ਬਣੀ, ਐਂਡ ਆਫ ਦਾ ਡੇ ਪਰਪਸ ਕੀ ਇਹਦਾ, ਇਸ ਕਿਸਮ ਦੀ ਗੱਲ। ਤੇ ਇਹ ਆਉਣਾ
ਨੈਚੁਰਲ ਵੀ ਹੈ, ਕਿਉਂਕਿ ਸਾਡੇ ਅੰਦਰ ਕਾਜ਼, ਰੀਜ਼ਨ ਅਤੇ ਰਿਜ਼ਲਟ, ਇਹ ਚੀਜ਼ਾਂ ਦੇ ਬਾਬਤ ਅਸੀਂ ਸਾਰੇ ਸੰਸਾਰ, ਸਾਰੀ ਜ਼ਿੰਦਗੀ ਦੁਨੀਆ ਦੇ ਨਾਲ ਗਿਆਨ ਇਕੱਠਾ ਕਰਦੇ, ਅਰਜਿਤ ਕਰਦੇ, ਵੰਡਦੇ ਚੱਲਦੇ ਹਾਂ। ਕੋਈ ਵੀ ਚੀਜ਼ ਹੁੰਦੀ ਅਸੀਂ ਤਾਂ ਕਾਜ਼ ਲੱਭਦੇ ਹਾਂ, ਕਾਜ਼ ਹੈਗਾ ਇਹਦਾ। ਜੇ ਕਿਤੇ ਉਸ ਕਾਜ਼ ਨੂੰ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਸਮਝ ਸਕੀਏ, ਫਿਰ ਉਹਨੂੰ ਰੀਜ਼ਨੇਬਲ ਤਰੀਕੇ ਦੇ ਨਾਲ ਰੈਸ਼ਨਲਾਈਜ਼ ਕਰਦੇ ਹਾਂ, ਫਿਰ ਉਹ ਸਾਰੇ ਦੇ ਰਿਜ਼ਲਟ ਭਾਵੇਂ ਆ ਗਏ ਨੇ, ਭਾਵੇਂ ਆਉਣ ਵਾਲੇ ਨੇ, ਉਸ ਨੂੰ ਅਸੀਂ ਇਮੈਜਿਨ ਕਰਦੇ ਹਾਂ। ਸਭ ਹੁੰਦੀਆਂ ਨੇ ਚੀਜ਼ਾਂ। ਇਹ ਸੰਸਾਰ ਜਿਹੜਾ ਆ, ਇਹਦੇ ਬਣਨ ਦਾ ਕਾਰਨ ਕੀ ਹੋਏਗਾ? ਜਦੋਂ ਇਹਦੇ ਬਾਰੇ ਬੰਦਾ ਸੋਚਦਾ ਹੈ, ਫਿਰ ਬਹੁਤ ਸਾਰੀਆਂ ਧਾਰਮਿਕ ਕਿਤਾਬਚਿਆਂ ਵਿੱਚੋਂ ਤੁਹਾਨੂੰ ਕਹਾਣੀਆਂ ਮਿਲ ਜਾਂਦੀਆਂ ਨੇ। ਕੁਝ ਬਿਬਲੀਕਲ ਨੇ, ਕੁਝ ਪ੍ਰੀ ਬਿਬਲੀਕਲ ਨੇ, ਕੁਝ ਵੈਦਿਕ ਨੇ, ਕੁਝ ਕਿਤਾਬੀ ਨੇ। ਮਤਲਬ ਦੇਰ ਸੋ ਮੈਨੀ ਡਿਫਰੈਂਟ ਥਿਓਰੀਜ਼। ਕੋਈ ਥਿਓਰੀ ਇਹ ਕਹਿੰਦੀ ਹੈ ਕਿ ਰੱਬ ਨੇ ਦੇਵਤਿਆਂ ਦੀ ਦੁਨੀਆ ਦੇ ਵਿੱਚ ਕੁਝ ਇਹੋ ਜਿਹਾ ਜਿਹੜਾ ਹੈਗਾ ਆ ਵਰ ਸਰਾਪ ਹੋਇਆ, ਅਤੇ ਉਸ ਵਰ ਸਰਾਪ ਦੇ ਕਰਕੇ ਇਹ ਧਰਤੀ ਸਾਜੀ ਗਈ, ਅਤੇ ਸਰਾਪੇ ਲੋਕ ਇਹ ਧਰਤੀ ਨੂੰ ਮੰਨਣ ਲਈ ਆ ਗਏ। ਜੇ ਤੁਸੀਂ ਇਬਰਾਹਿਮੀ ਲਿਟਰੇਚਰ 'ਚ ਆ ਜਾਓ ਤਾਂ ਉੱਥੇ ਬਿਆਨ ਕੀਤਾ ਜਾਂਦਾ ਹੈ ਕਿ ਕੋਈ ਰੱਬ ਨੇ ਹੈਵਨ ਬਣਾਈ ਸੀ, ਉਸ ਹੈਵਨ ਪੈਰਾਡਾਈਸ ਦੇ ਵਿੱਚ ਆਦਮ ਨੂੰ ਬਣਾਇਆ। ਆਦਮ ਦੀ ਮੰਗ ਦੇ ਉੱਤੇ ਜੋ ਐਡਮ ਈਵ ਸਟੋਰੀ ਹੈ, ਉਹਨੂੰ ਇੱਕ ਸਾਥੀ ਈਵ, ਜਿਹਨੂੰ ਹਵਾ ਕਹਿੰਦੇ ਸੀ, ਉਸ ਰੂਪ ਵਿੱਚ ਮਿਲਿਆ। ਉਹਦੇ ਵਿਵਰਜਿਤ ਫਲ ਨੂੰ ਖਾਣ ਕਰਕੇ ਉਸ ਨੂੰ ਫਿਰ ਪਨਿਸ਼ ਕੀਤਾ ਗਿਆ। ਆਦਮ ਦੀ ਜ਼ਾਤ ਧਰਤੀ 'ਤੇ ਪਨਿਸ਼ਮੈਂਟ ਉਹਨੂੰ ਜਿਹੜਾ ਹੈਗਾ ਪੂਰਾ ਕਰਨ ਵਾਸਤੇ ਆਈ ਹੈ। ਇਹ ਮਨੁੱਖਾ ਜੀਵਨ ਇੱਕ ਤਰ੍ਹਾਂ ਦੀ ਸਜ਼ਾ ਆ ਸਾਡੇ ਵਾਸਤੇ। ਸੋ ਇਸ ਕਿਸਮ ਦੀ ਥਿਓਰੀਜ਼ ਵੀ ਹੈਗੀਆਂ ਸਾਡੇ ਕੋਲ। ਕੁਝ ਹੋਰ ਸਟੋਰੀਜ਼ ਵੀ ਨੇ, ਮਤਲਬ ਉਹ ਸਾਰੇ ਇਹਦੇ 'ਚੋਂ ਆਉਂਦੀਆਂ। ਕੁਝ ਇਹਦੇ ਸਾਇੰਟੀਫਿਕ ਵਰਲਡ 'ਚ ਵੀ ਹੈਗੀਆਂ ਨੇ, ਬਿਗ ਬੈਂਗ ਥਿਓਰੀ ਐਂਡ ਸਮ ਅਦਰ ਐਕਸਪਲੇਨੇਸ਼ਨ, ਇਹ ਦੁਨੀਆ ਕਿਵੇਂ ਆਈ, ਕਿਸ ਤਰੀਕੇ ਦੇ ਨਾਲ। ਹੁਣ ਆਪਾਂ ਗੁਰਮਤਿ ਸਕੂਲ 'ਚ ਹੈਗੇ ਹਾਂ, ਗੁਰਬਾਣੀ ਦੀ ਵਿਆਖਿਆ ਹੋ ਰਹੀ ਹੈ ਇਹਦੇ ਵਿੱਚ। ਇਹ ਸ਼ਬਦ ਜੋ ਅਸੀਂ ਪੜ੍ਹ ਰਹੇ ਹਾਂ, ਮਹਾਰਾਜ ਜ਼ਿਕਰ ਕਰਦੇ ਨੇ, ਰਾਸ ਮੰਡਲ ਕੀਨੋ ਆਖਾਰਾ। ਗੁਰਬਾਣੀ ਦਾ ਜਿਹੜਾ ਮੁੱਖ ਮੈਸੇਜ ਆ, ਸਾਨੂੰ ਹੇਅਰ ਐਂਡ ਨਾਓ 'ਤੇ ਫੋਕਸ ਕਰਨ ਵਾਸਤੇ ਹੈ। ਅਸੀਂ ਬੀਤੇ ਤੋਂ ਕੁਝ ਸਿੱਖਿਆ ਹੈ, ਕੁਝ ਪ੍ਰਾਪਤ ਕੀਤਾ ਹੈ, ਇਹ ਕੁਝ ਹੋ ਸਕਦਾ ਸਾਡੇ ਵਾਸਤੇ। ਅਦਰਵਾਈਜ਼ ਬੀਤਾ ਗੁਜ਼ਰਿਆ ਹੋਇਆ ਗੁਜ਼ਰ ਗਿਆ, ਉਹ ਤੁਹਾਡੇ ਹੱਥ 'ਚ ਨਹੀਂ ਹੈਗਾ। ਜਿਹੜਾ ਆਉਣ ਵਾਲਾ ਆ, ਉਹਦੇ ਬਾਰੇ ਤੁਸੀਂ ਫਿਕਰ ਕਰੋ, ਚਿੰਤਾਵਾਂ ਕਰੋ, ਇਹ ਤੁਹਾਡੀ ਮਰਜ਼ੀ ਹੈ। ਪਰ ਅਲਟੀਮੇਟਲੀ ਉਹ ਕਾਲ ਦੇ ਗਰਭ ਵਿੱਚ ਪਿਆ ਆ, ਤੁਹਾਨੂੰ ਕੁਛ ਨਹੀਂ ਪਤਾ। ਜਿਹਦੇ ਵਿੱਚ ਜੀਣਾ ਉਹ ਹੋਣਾ ਹੈ, ਪ੍ਰੈਜ਼ੈਂਟ। ਅਤੇ ਜਦੋਂ ਅਸੀਂ ਹੁਣ ਦੀ ਗੱਲ ਕਰਦੇ ਹਾਂ, ਹੇਅਰ ਐਂਡ ਨਾਓ, ਧਰਤੀ ਦੇ ਉੱਤੇ ਪਸਰ ਰਿਹਾ ਜੀਵਨ, ਅਤੇ ਉਸ ਜੀਵਨ ਦੀਆਂ ਜਿਹੜੀਆਂ ਲੋੜਾਂ ਨੇ ਜੀਵਨ ਦੇ ਵਿੱਚ, ਜੋ ਸਾਨੂੰ ਵਾਕਿਆ 'ਚ ਹੀ, ਜਿਹਨੂੰ ਅਸੀਂ ਨਸੈਸਿਟੀ ਕਹਿੰਦੇ ਹਾਂ, ਨਸੈਸਿਟੀ ਆਫ ਲਾਈਫ, ਉਹਦੇ 'ਤੇ ਫੋਕਸ ਕੀਤਾ ਜਾਏ। ਇਸੇ ਸਾਰੇ ਨੂੰ ਗੁਰੂ ਮਹਾਰਾਜ ਨੇ ਵਾਰ-ਵਾਰ ਜਿਹੜਾ ਹੈ ਜ਼ੋਰ ਦਿੱਤਾ, ਵਾਰ-ਵਾਰ ਇੱਥੇ ਫੋਕਸ ਕੀਤਾ ਹੈਗਾ। ਹੁਣ ਇਸ ਸਾਰੇ ਦੇ ਵਿੱਚ ਜਦੋਂ ਅਸੀਂ ਵੇਖੀਏ ਤਾਂ ਬਾਣੀ ਇਹ ਕਹਿੰਦੀ ਹੈ, ਤੂੰ ਬਹੁਤਾ ਫਿਕਰ ਨਾ ਕਰ। ਲਿਟਰਲੀ ਤੌਰ 'ਤੇ ਵਾਕ ਅਸੀਂ ਪੜ੍ਹਦੇ ਹਾਂ, ਨਾਨਕ ਚਿੰਤਾ ਮਤ ਕਰੋ। ਮਤਲਬ ਕੀ ਹੈ? ਉਹ ਨਾਨਕ, ਡੋਂਟ ਹੈਵ ਐਨੀ ਵਰੀਜ਼ ਐਟ ਆਲ। ਨੋ, ਨਾਨਕ ਚਿੰਤਾ ਮਤ ਕਰੋ। Maharaj, if I'm coming out of the worries, but who's going to do worries for me? I have to worry about myself or my world or my family. Maharaj ਕਹਿੰਦੇ ਨਹੀਂ, ਇਹ ਗੱਲ ਨਹੀਂ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ
ਜਿਹੜਾ ਤਿਸ ਐਜ਼ ਏ ਪ੍ਰੋਨਾਊਨ ਆ ਰਿਹਾ, ਮੀਨਿੰਗ ਸੇ ਐਗਜ਼ਿਸਟੈਂਸ ਦੀ ਗੱਲ ਹੋ ਰਹੀ ਹੈ। ਹੁਣ ਉਹ ਜਿਹੜੀ ਐਗਜ਼ਿਸਟੈਂਸ ਦੀ ਗੱਲ ਹੋ ਰਹੀ ਹੈ ਉਹਨੂੰ ਫਿਰ ਗੁਰੂ ਸਾਹਿਬ ਰੈਸ਼ਨਲਾਈਜ਼ ਕਰਦੇ ਨੇ। ਮਹਾਰਾਜ ਉਹ ਤਿਸ ਕਿਵੇਂ ਮੇਰੀ ਚਿੰਤਾ ਕਰੇਗਾ? I have no clue. I have no idea. Can you give me little bit more explanation about it? Then Maharaj is giving us very rationalized answer. ਬਾਬਾ ਜੀ ਕਹਿੰਦੇ ਜਲਮੈ ਜੰਤ ਉਪਾਈਨ ਤਿਨ੍ਹਾਂ ਵੀ ਰੋਜ਼ੀ ਦੇ। ਧਰਤੀ ਤੇ ਤੁਸੀਂ ਫਲ ਪੈਦਾ ਹੁੰਦੇ ਦੇਖਦੇ ਹੋ, ਫੁੱਲ ਪੈਦਾ ਹੁੰਦੇ ਦੇਖਦੇ ਹੋ, ਫਸਲਾਂ ਪੈਦਾ ਹੁੰਦੀਆਂ ਦੇਖਦੇ ਹੋ, ਕਿਤਨਾ ਕੁਝ ਪੈਦਾ ਹੁੰਦਾ ਤਾਂ ਜੀਵਨ ਚੱਲਦਾ ਆ। ਪਾਣੀ ਵਿੱਚ ਤਾਂ ਐਸਾ ਕੁਝ ਨਹੀਂ ਪੈਦਾ ਹੁੰਦਾ। ਪਾਣੀ ਵਿੱਚ ਤਾਂ ਐਸੀ ਕੋਈ ਦੁਨੀਆ ਨਹੀਂ ਤੁਹਾਨੂੰ ਨਜ਼ਰ ਆਉਂਦੀ। ਫਿਰ ਇੱਥੇ ਬਾਤ ਛੱਡੋ, ਜਿਹੜੀ ਸਾਡੀ ਹਿਊਮਨ ਸਿਵਲਾਈਜੇਸ਼ਨ ਆ, ਇਹਦੇ ਵਿੱਚ ਤਾਂ ਹੁੰਦਾ ਹੈ ਕਿ ਪਲਾਨਿੰਗ ਕਰੋ, ਪਲਾਨਿੰਗ ਕਰਕੇ ਫਿਰ ਉਹਨੂੰ ਐਗਜ਼ੀਕਿਊਟ ਕਰੋ, ਫਿਰ ਉਹਦੇ ਅਕੋਰਡਿੰਗਲੀ ਜਿਹੜਾ ਹੈਗਾ ਪਾਲਿਸੀਜ਼ ਬਣਾਓ। ਸਭ ਇਸੇ ਤਰੀਕੇ ਨਾਲ ਹੀ ਚੱਲ ਰਿਹਾ। ਹਜ਼ਾਰਾਂ ਸਾਲਾਂ ਤੋਂ ਲੋਕਾਂ ਨੇ ਇਹੋ ਜਿਹੀ ਸਿਵਲਾਈਜੇਸ਼ਨ ਬਿਲਡ ਕੀਤੀ ਹੈ, ਤਾਂ ਜਾ ਕੇ ਨਿਜ਼ਾਮਤ ਚੱਲਦੀ ਹੈ, ਸਿਸਟਮ ਚੱਲਦੇ ਨੇ ਸਾਰੇ ਦੇ ਸਾਰੇ। ਮਹਾਰਾਜ ਨੇ ਜਿਹੜਾ ਬਿਆਨ ਕੀਤਾ ਵੀ ਚਿੰਤਾ ਤਿਸ ਹੀ ਹੈ ਜਲ ਮੈਂ ਜੰਤੂ ਪਾਇਨ ਤਿਨ੍ਹਾਂ ਪੇ ਰੋਜ਼ੀ ਤੇ, ਉੱਥੇ ਹਟ ਨਾ ਚੱਲੇ। ਹਟ ਦਾ ਮਤਲਬ ਇਹ ਹੈ ਕਿ you cannot find out any shop over there. There is no actually shop or shopping or shopkeepers are there. No. ਸਾਰੀ ਚੀਜ਼ ਜਿਹੜੀ ਹੈ ਸੈਲਫ ਓਪਰੇਟਡ ਹੈ। ਜੀਆਂ ਕਾ ਆਹਾਰ ਜੀ, ਇੱਕ ਜੀ ਦੂਜੇ ਜੀ ਨੂੰ ਖਾ ਰਿਹਾ, ਬਸ ਇਹੀ ਹੈ। ਫਿਰ ਵੀ ਜੀਆਂ ਦੀ ਪੈਦਾਇਸ਼ ਹੋ ਰਹੀ ਹੈ, ਫਿਰ ਵੀ ਜੀਵਨ ਚੱਲ ਰਿਹਾ ਸਾਰੇ ਦਾ ਸਾਰਾ। ਇਹਨੂੰ ਹੋਰ ਮੈਂ ਇੱਕ ਤਰੀਕੇ ਨਾਲ ਲੈ ਕੇ ਆਵਾਂ। ਇੱਕ ਬੁੱਕ ਹੈਗੀ ਹੈ, ਲਿਖੀ ਤੇ ਹੈ ਗਲੋਬਲ ਵਾਰਮਿੰਗ ਦੇ ਉੱਤੇ, ਵੀ ਆਰ ਦਾ ਵੈਦਰ ਮੇਕਰ, ਟਿਮ ਫਲੈਂਡਰੀ ਦੀ ਲਿਖੀ ਬੁੱਕ ਹੈ। ਬੜੀ ਵੈਲ ਸੋਲਡ ਬੁੱਕ ਰਹੀ ਪਿਛਲੇ ਕੁਝ ਸਮੇਂ ਦੇ ਵਿੱਚ। ਆਸਟ੍ਰੇਲੀਅਨ ਸੀਗਾ, ਮੁੜ ਕੇ ਸ਼ਾਇਦ ਕੈਨੇਡਾ ਸੈਟਲ ਹੋ ਗਿਆ ਉਹ, ਅਤੇ ਉਹ ਕੈਨੇਡੀਅਨ ਐਨਵਾਇਰਮੈਂਟ ਡਿਪਾਰਟਮੈਂਟ ਦੇ ਨਾਲ ਕੰਮ ਕਰਦਾ ਸੀਗਾ। ਅਤੇ ਉਹਨੇ ਕਿ ਉਸ ਬੁੱਕ ਦੇ ਵਿੱਚ ਐਗਜ਼ਾਮਪਲ ਕੀਤੀ ਬੜੀ ਕਮਾਲ ਦੀ। ਪੈਸੀਫਿਕ ਓਸ਼ਨ ਦੇ ਵਿੱਚ ਉਹ ਕੰਮ ਕਰ ਰਿਹਾ, ਅਤੇ ਉਹ ਕਹਿੰਦਾ ਕਿ ਜਿਹੜਾ ਓਸ਼ਨ ਪੋਲਿਊਸ਼ਨ ਆ ਉਹ ਲਗਾਤਾਰ ਵੱਧ ਰਿਹਾ। ਹੁਣ ਤਾਂ ਰੀਸੈਂਟਲੀ ਉਹਨਾਂ ਨੇ ਇੱਕ ਪੂਰਾ ਦਾ ਪੂਰਾ ਆਈਲੈਂਡ ਵਿਖਾ ਦਿੱਤਾ ਵਿੱਚ ਥੱਲੇ ਪਲਾਸਟਿਕ ਦਾ, ਜਿਹੜਾ ਫਰਾਂਸ ਤੋਂ ਹੀ ਵੱਡਾ ਬਣ ਗਿਆ ਥੱਲੇ, ਐਡਾ ਵੱਡਾ। ਇੰਨਾ ਜਿਹੜਾ ਹੈਗਾ, ਜਿਹੜੀ ਪਲਾਸਟਿਕ ਪੋਲਿਊਸ਼ਨ ਅਸੀਂ ਕ੍ਰੀਏਟ ਕਰ ਦਿੱਤੀ ਹੈ, ਵਿਚ ਇਜ਼ ਨਾਟ ਗੁੱਡ ਫॉर ਐਕਚੁਅਲੀ ਜਿਹੜੀ ਸਾਰੇ ਧਰਤੀ ਵਾਸਤੇ, ਕਿਉਂਕਿ ਅਸੀਂ ਇੰਬੈਲੈਂਸ ਕਰਤਾ ਸਾਰਾ ਕੁਛ। ਖੈਰ ਉਹ ਬਿਆਨ ਕਰਦਾ, ਸ਼ਾਇਦ 1998 ਦੇ ਵਿੱਚ ਕਹਿੰਦਾ ਸੀ, ਉੱਥੇ ਗਏ ਹਾਂ ਥੱਲੇ ਜਾ ਕੇ ਦੇਖਿਆ ਪਲਾਸਟਿਕ ਦਾ ਕਿੰਨਾ ਪੋਲਿਊਸ਼ਨ ਹੋ ਗਿਆ ਥੱਲੇ। ਅਸੀਂ ਜਿਵੇਂ ਕਿਹਾ ਜਾਏ ਕਿ ਜੀਓਲੋਜੀਕਲ ਵੇ ਦੇ ਨਾਲ ਜੋ ਇਨਫੋਰਮੇਸ਼ਨ ਸਾਡੇ ਕੋਲ ਸੀਗੀ, ਅਤੇ ਉਹਦੇ ਨਾਲ ਅਸੀਂ ਜੋ ਹੋਰ ਬਾਇਓ ਸੈਕਟਰ ਦੇ ਵਿੱਚ ਜਿਹੜਾ ਜੀਵ ਜੰਤ ਹੈ ਉਹਨੂੰ ਸਾਰੇ ਦੇ ਵਿੱਚ ਸਾਰੀ ਇਨਫੋਰਮੇਸ਼ਨ ਨੂੰ ਗ੍ਰਾਫ ਦੇ ਉੱਤੇ ਉਤਾਰਿਆ, ਅਤੇ ਉਤਾਰ ਕੇ ਉਸ ਪੋਲਿਊਸ਼ਨ ਦੇ ਨਾਲ ਉਹ ਸਾਰਿਆਂ ਦੀ ਹੋਂਦ ਦੇ ਉੱਤੇ ਜਦੋਂ ਅਸੀਂ ਪ੍ਰੋਪਰ ਵੇ ਦੇ ਨਾਲ ਅਨੈਲਜੀ ਪੇਸ਼ ਕੀਤੀ, ਅਤੇ ਪਤਾ ਇਹ ਲੱਗਾ ਕਿ ਜਿੰਨਾ ਪੋਲਿਊਸ਼ਨ ਇੱਥੇ ਵੱਧ ਗਿਆ, ਇਹਦੇ ਨਾਲ ਜਿਹੜੀ ਥੱਲੇ ਦੇ ਵਾਟਰ ਲਾਈਫ ਆ, that cannot survive anymore because too much toxics for them over here. ਉਸ ਕਿਸਮ ਦੀ ਬਾਤ ਅਸੀਂ ਸਾਰੀ ਪ੍ਰੈਜ਼ੈਂਟ ਕੀਤੀ। ਅਸੀਂ ਕਿਹਾ ਕਿ ਜਿਹੜੀ ਪੋਲਿਊਸ਼ਨ ਦੀ ਇਤਨੀ ਟੌਕਸਿਸਿਟੀ ਵੱਧ ਰਹੀ ਹੈ ਇੱਥੇ, ਇਹਦੇ ਨਾਲ ਤਾਂ ਕੁਛ ਨਹੀਂ ਬਚੇਗਾ ਇੱਥੇ। ਖੈਰ ਅਸੀਂ ਸਾਰੀ ਰਿਪੋਰਟ ਵਗੈਰਾ ਤਿਆਰ ਕੀਤੀ, ਪਬਲਿਸ਼ ਹੋਈ, ਪੜ੍ਹੀ ਗਈ, ਸਭ ਚੀਜ਼ਾਂ ਹੋ ਗਈਆਂ। ਕੋਈ 4 ਸਾਲ ਬਾਅਦ ਅਰਾਊਂਡ 2002 ਦੇ ਵਿੱਚ ਸਾਨੂੰ ਦੁਬਾਰਾ ਫਿਰ ਉਸੇ ਪ੍ਰੋਜੈਕਟ ਦੇ ਉੱਤੇ ਜਿਹੜਾ ਹੈਗਾ ਅਸੀਂ ਦੁਬਾਰਾ ਉਸ ਸਾਰੇ ਨੂੰ ਰਿਵਿਊ ਕਰਨਾ ਸੀਗਾ। ਫਿਰ ਦੁਬਾਰਾ ਅਸੀਂ ਸੇਮ ਉਸੇ ਸੀ ਲੈਵਲ 'ਤੇ ਥੱਲੇ ਜਾ ਕੇ ਵਿਜ਼ਿਟ ਕੀਤਾ। ਹੁਣ ਜਦੋਂ ਵਿਜ਼ਿਟ ਕੀਤਾ ਅਸੀਂ, ਅਤੇ ਜਿਹੜਾ ਸਾਡੀ ਐਕਸਪੈਕਟੇਸ਼ਨ ਸੀਗੀਆਂ ਵੀ ਪੋਲਿਊਸ਼ਨ ਇਤਨਾ ਵੱਧ ਗਿਆ ਹੋਏਗਾ, ਉਸ ਤੋਂ ਕਿਤੇ ਵੱਡੇ ਲੈਵਲ 'ਤੇ ਉੱਥੇ ਪੋਲਿਊਸ਼ਨ ਹੋ ਚੁੱਕਾ ਸੀ। ਅਸੀਂ ਐਕਸਪੈਕਟ ਨਹੀਂ ਸੀ ਕਰ ਸਕਦੇ ਇੰਨਾ ਜ਼ਿਆਦਾ। ਜਿਵੇਂ ਸਪੋਜ਼ ਕਰੋ ਅਸੀਂ 10% ਐਕਸਪੈਕਟ ਕੀਤਾ ਹੋਏ, ਅਤੇ ਦੈਟ ਦੇਰ ਵਾਜ਼ ਐਕਚੁਅਲੀ 100%। ਠੀਕ ਹੈ ਜੀ। ਪਰ ਕਹਿੰਦੇ ਕਿ ਚੀਜ਼ ਕਮਾਲ ਦੀ ਜਿਹੜੀ ਨੋਟ ਕੀਤੀ, ਉਹ ਵੀ ਸਾਨੂੰ ਬੜਾ ਹੈਰਾਨ ਕਰਕੇ, ਕਾਈਂਡ ਆਫ ਦੈਟ ਵਾਜ਼ ਏ ਮਿਰਾਕਲ ਫਾਰ ਅਸ।
ਬਟ ਵਾਜ਼ ਦਾ ਮਿਰੇਕਲ। ਉਹ ਕਹਿੰਦਾ ਉਹ ਇਹ ਸੀਗਾ ਕਿ ਜਿਹੜੀ ਉੱਥੇ ਉਹ ਓਸ਼ਨ ਲਾਈਫ ਸੀਗੀ, ਉਹ ਵਾਟਰ ਲਾਈਫ ਸੀਗੀ ਜਿਹੜੀ, ਜਿਹਦੇ 'ਤੇ ਸਾਨੂੰ ਡਰ ਸੀਗਾ ਵੱਡੇ ਲੈਵਲ 'ਤੇ, ਉਹ ਅਜੇ ਹੈ ਉੱਥੇ। ਉਹਨਾਂ ਦਾ ਵੱਡਾ ਹਿੱਸਾ ਅਜੇ ਉੱਥੇ ਸਾਨੂੰ ਨਜ਼ਰ ਪੈ ਰਿਹਾ। ਹਾਲਾਂਕਿ ਸਾਡੀ ਇਹ ਜਿਹਨੂੰ ਕਿਹਾ ਜਾਏ ਕਿ ਇੱਕ ਪ੍ਰੈਡਿਕਸ਼ਨ ਸੀਗੀ ਕਿ ਦੇ ਆਰ ਨੋਟ ਗੋਣਾ ਸਰਵਾਈਵ ਇਨ ਦਿਸ ਕਾਈਂਡ ਆਫ ਟੌਕਸਿਕ ਐਨਵਾਇਰਮੈਂਟ। ਉਸ ਤੋਂ ਬਾਅਦ ਅਸੀਂ ਉਹਨਾਂ ਸਾਰਿਆਂ ਨੂੰ ਲਿਆਂਦਾ, ਉਹਨਾਂ ਨੂੰ ਫਿਰ ਅਸੀਂ ਆ ਕੇ ਸਟੱਡੀ ਕੀਤਾ ਬਾਇਓਲੋਜੀਕਲੀ ਸਾਰੇ ਸਿਸਟਮ ਦੇ ਵਿੱਚ, ਅਤੇ ਸਾਨੂੰ ਇਹ ਪਤਾ ਲੱਗਾ ਕਿ ਪਿਛਲੇ 4 ਸਾਲਾਂ ਦੇ ਵਿੱਚ ਫਰਕ ਕੀ ਪਿਆ ਹੈ। ਫਰਕ ਇਹ ਪਿਆ ਕਿ ਕੁਦਰਤੀ ਨੈਚੁਰਲੀ ਉਹਨਾਂ ਦੇ ਵਿੱਚ ਇਸ ਪੋਲਿਊਸ਼ਨ ਦੇ ਨਾਲ ਲੜਨ ਦੀ ਐਬਿਲਿਟੀ ਵੱਧ ਗਈ ਹੈ। ਇਹ ਜਿਹੜੀ ਚੀਜ਼ ਆ, ਉਹ ਕਹਿੰਦੇ ਵੀ ਇਹ ਮੈਨੂੰ ਲੱਗਾ ਵੀ ਕੋਈ ਮਦਰ ਨੇਚਰ 'ਚ ਕੋਈ ਮਿਰਾਕਲਸ ਚੀਜ਼ ਆ ਜਿਹੜੀ ਸਾਨੂੰ ਨਹੀਂ ਪਤਾ ਉਹ ਕੰਮ ਕਰਦੀ ਹੈ। ਇਹ ਸੱਚ ਹੈ। ਕਰਤੇ ਦੀ ਕੁਦਰਤ ਤਰਸ ਕਰਦੀ ਹੈ। ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਜ਼ਾਹਰਾ ਅੱਖ ਦੇ ਨਾਲ ਲੌਜੀਕਲੀ ਤੁਹਾਨੂੰ ਕਈ ਵਾਰੀ ਸਮਝ ਵੀ ਨਹੀਂ ਆਉਂਦੀਆਂ, ਪਰ ਹੁੰਦੀਆਂ ਨੇ, ਵਾਪਰਦੀਆਂ ਨੇ। ਇਸ ਸਾਰੇ ਨੂੰ ਤੁਸੀਂ ਦੇਖ ਕੇ ਫਿਰ ਹੈਰਾਨ ਹੁੰਦੇ ਹੋ, ਕੋਈ ਤੇ ਹੈ ਜਿਹੜਾ ਇਸ ਪੂਰੀ ਨਿਜ਼ਾਮ ਹਸਤੀ ਦੇ ਵਿੱਚ ਬੈਠਾ ਹੋਇਆ ਕੁਝ ਵਰਤਾ ਰਿਹਾ ਹੈ, ਕੁਝ ਉਹ ਫੈਲਾ ਰਿਹਾ ਹੈ। ਗੁਰੂ ਬਾਬਾ ਜੀ ਸਾਰਿਆਂ ਨੂੰ ਇਸ ਤਰ੍ਹਾਂ ਬਿਆਨ ਕਰਦੇ, ਮਹਾਰਾਜ ਕਹਿੰਦੇ ਇੰਝ ਸਮਝ, ਇਹ ਸਾਰਾ ਸੰਸਾਰ ਇੱਕ ਸਟੇਜ ਹੈ। ਇਹ ਜਿਹੜਾ ਸ਼ਬਦ ਆ ਰਿਹਾ ਨਾ, ਮਹਾਰਾਜ ਕਹਿੰਦੇ ਰਾਸ ਮੰਡਲ ਕੀਨੋ ਆਖਾਰਾ। ਰਾਸ ਮੰਡਲ, ਰਾਸਾਂ ਪਾਉਂਦੇ ਸੀ ਪੁਰਾਣੇ ਸਮੇਂ, ਜਿਵੇਂ ਨਾਟਕ ਮੰਡਲੀਆਂ ਹੁੰਦੀਆਂ ਨੇ। ਇੱਕ ਨਾਟਕ ਮੰਡਲੀ ਵਾਸਤੇ ਇੱਕ ਪੂਰਾ ਦਾ ਪੂਰਾ ਅਖਾੜਾ ਬਣਾਇਆ ਉਹਨੇ, ਸਟੇਜ ਬਣਾਤੀ ਹੈ। ਇਸ ਸਟੇਜ ਦੇ ਵਿੱਚ ਉਹਨੇ ਰਾਸ ਪਾਉਣ ਵਾਸਤੇ ਸਾਰਿਆਂ ਨੂੰ ਰੋਲ ਦੇ ਦਿੱਤੇ ਨੇ। ਉਹਦੇ ਰੋਲ ਨੇ ਸਾਰੇ ਸਾਨੂੰ ਇਸ ਰੂਪ ਵਿੱਚ ਮਿਲੇ ਹੋਏ। ਬੰਦਾ ਇਸ ਸੰਸਾਰ ਦੀ, ਮੈਂ ਪਹਿਲੇ ਬੇਨਤੀ ਕੀਤੀ, ਵੱਖਰੀ ਵੱਖਰੀ ਡਿਸਕ੍ਰਿਪਸ਼ਨ ਹੈ, ਇਹ ਵੀ ਡਿਸਕ੍ਰਿਪਸ਼ਨ ਹੈ ਇੱਕ। ਤੇ ਇਹੋ ਜਿਹੇ ਸ਼ਬਦ ਕਈ ਪੜ੍ਹਦੇ ਹੋ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਬਾਜੀਗਰ ਡੰਕ ਬਜਾਈ ਸਭ ਖਲਕ ਤਮਾਸ਼ਾ ਆਈ, ਬਾਜੀਗਰ ਸਵਾਂਗ ਸਕੇਲਾ ਆਪਣੇ ਰੰਗ ਰਵੇ ਅਕੇਲਾ। ਇੱਕ ਬਾਜੀਗਰ ਜਿਵੇਂ ਬਾਜੀ ਪਾਉਣ ਤੋਂ ਪਹਿਲਾਂ ਡਮਰੂ ਵਜਾਉਂਦਾ ਹੈ, ਇਸ ਤਰੀਕੇ ਦੇ ਨਾਲ ਮਦਾਰੀ ਚਲਾਉਣ ਲੱਗਾ। ਇੱਕ ਪਾਸੇ ਮਦਾਰੀ ਕਰਨ ਵਾਲੇ ਕਰੈਕਟਰ ਨੇ, ਇੱਕ ਪਾਸੇ ਮਦਾਰੀ ਨੂੰ ਵੇਖਣ ਵਾਲੇ ਕਰੈਕਟਰ ਨੇ। ਇਹ ਦੁਨੀਆ ਇੱਕ ਮਜ਼ਮੇਕਾਰੀ ਹੈ। ਇਸ ਮਜ਼ਮੇਕਾਰੀ ਦੇ ਵਿੱਚ ਇਹਨੂੰ ਅਸੀਂ ਕਹਿੰਦੇ ਹਾਂ ਕਿ ਸਾਨੂੰ ਮਿਜ਼ਮਰਾਈਜ਼ ਕਰ ਦਿੰਦੀ ਹੈ, ਤਿਲਸਮ ਆ। ਹਕੀਕਤ ਇਹ ਹੈ, ਇਸ ਤਿਲਸਮ ਨੂੰ ਬੜੇ ਧਿਆਨ ਨਾਲ ਦੇਖੋ ਤੁਸੀਂ। ਮੈਂ ਤਾਂ ਕਈ ਵਾਰੀ ਬੱਚਿਆਂ ਦੇ ਸਵਾਲ ਸੁਣ ਕੇ ਬੜਾ ਹੈਰਾਨ ਹੋ ਜਾਂਦਾ ਵਾਂ। ਬੱਚਾ ਆ, ਉਹਨੂੰ 100% ਤੁਸੀਂ ਆਜ਼ਾਦੀ ਦੇ ਦਿਓ। ਜਿਵੇਂ ਅੱਜ ਦੀ ਦੁਨੀਆ 'ਚ ਅੱਜ ਦੇ ਜਿਹੜੇ ਬੱਚੇ ਨੇ, ਇਤਨਾ ਕੁਝ ਉਹਨਾਂ ਦੇ ਕੋਲ ਆ, ਇਤਨੀ ਟੈਕਨੋਲੋਜੀ, ਇਤਨੇ ਉਹਨਾਂ ਕੋਲ ਐਕਸੈਸ ਨੇ। ਉਹ ਮਤਲਬ ਜਸਟ ਵੀਡੀਓ ਗੇਮਸ ਦੇ ਕੰਟਰੋਲਰ ਫੜ ਕੇ ਉਹ ਭਾਵੇਂ ਬੈਂਕ ਰੋਬਰੀਜ਼ ਕਰਨ, ਤੇ ਭਾਵੇਂ ਪੁਲਿਸ ਵਾਲਿਆਂ ਦੇ ਉਹਨਾਂ ਨਾਲ ਗੱਡੀਆਂ ਚੇਜ਼ ਕਰਨ, ਤੇ ਭਾਵੇਂ ਉਹ ਗੋਲੀਆਂ ਚਲਾਉਣ, ਤੇ ਇਹਨੂੰ ਫੋਰਟਨਾਈਟ ਤੋਂ ਲੈ ਕੇ ਸਾਰਾ ਤੁਸੀਂ ਦੇਖੋ ਵਰਲਡ ਕੀ ਹੈ। ਦੈਟ ਇਜ਼ ਕਾਈਂਡ ਆਫ ਜਿਹੜੀ ਇਹ ਇੱਕ ਫੈਂਟਸੀ ਵਰਲਡ ਆ, ਐਂਡ ਦੇ ਆਰ ਲਿਵਿੰਗ ਇਨ ਦੈਟ। ਉਸ ਤਰੀਕੇ ਨਾਲ ਉਹ ਮਾਣ ਰਹੇ ਨੇ। ਰਿਐਲਿਟੀ ਦੇ ਵਿੱਚ ਵੀ ਦੁਨੀਆ ਨਹੀਂ ਮਾਣੀ ਜਾ ਸਕਦੀ, ਜਿਹੜੀ ਉਹ ਇੱਕ ਉਸ ਤਰੀਕੇ ਨਾਲ ਮਿਸਮਰਾਈਜ਼ ਹੋ ਜਾਂਦੇ, ਉਹਦੇ ਵਿੱਚ ਗਵਾਚ ਜਾਂਦੇ। ਉਸ ਦੁਨੀਆ 'ਚ ਇਸ ਤਰੀਕੇ ਨਾਲ ਚੱਲ ਰਹੇ ਸਭ ਚੀਜ਼ਾਂ ਦੇ ਵਿੱਚ ਕਿੰਨਾ ਫਨ ਹੋਏਗਾ ਬੱਚੇ ਦੇ ਲੈਵਲ 'ਤੇ ਸੋਚ ਕੇ ਦੇਖੋ। ਉਹ ਜਦੋਂ ਸਕਰੀਨ ਦੇ ਅੱਖਾਂ ਐਵੇਂ ਕੱਢ ਕੇ ਚੱਲ ਤੁਰਦਾ ਹੋਏਗਾ, ਉਹਦੇ ਵਿੱਚ ਗਵਾਚ ਜਾਂਦਾ। ਉਹਦੇ ਲਈ ਤਾਂ ਐਸੀ ਦੁਨੀਆ ਹੈ। ਐਡਿਕਸ਼ਨ ਇਹੀ ਹੁੰਦਾ। ਅੱਜ ਅਸੀਂ ਜਿਹੜਾ ਸਭ ਤੋਂ ਵੱਡਾ ਐਡਿਕਸ਼ਨ ਹੈ, ਉਹ ਟੈਕਨੋਲੋਜੀ ਦਾ ਐਡਿਕਸ਼ਨ ਅਸੀਂ ਸਫਰ ਕਰ ਰਹੇ ਹਾਂ। ਹੁਣ ਇਹ ਸਾਰੇ ਦੇ ਅੰਦਰ ਜਿਹੜਾ ਹੈਗਾ ਕੋਵਿਡ-19 ਤੋਂ ਬਾਅਦ ਜੇ ਸਭ ਕੁਝ ਠੀਕ ਵੀ ਹੋ ਜਾਏ, ਸਪੋਜ਼ ਅਸੀਂ ਇਹ ਗੈਸ ਕਰੀਏ ਕਿ ਸਾਇੰਟਿਸਟ ਅੱਜ ਹੀ ਇਹਦਾ ਕਿਊਰਿੰਗ ਸਿਸਟਮ ਲੈ ਆਉਣ ਪੂਰੀ ਤਰ੍ਹਾਂ, ਸੈਕਿੰਡ ਲੈਵਲ 'ਤੇ ਇਹਦੇ ਤੋਂ ਪੂਰੀ ਤਰ੍ਹਾਂ ਜਿਹੜੀ ਹੈਗੀ ਹੈ ਬਚਾਉਣ ਵਾਸਤੇ ਵੈਕਸੀਨ ਲੈ ਆਉਣ, then we don't have any issue. We have cure, we have vaccine. If actually we have that kind of two pillars over here, then life can come again on the same level. ਪਰ ਇਹ ਮੰਨੀ ਜਾ ਰਹੀ ਹੈ, ਜਿਹੜੇ ਸੋਸ਼ਲ ਸਾਇੰਟਿਸਟ ਨੇ ਉਹ ਇਹ ਗੱਲ ਮੰਨ ਰਹੇ ਨੇ। ਉਹ ਕਹਿੰਦੇ ਨਾ, ਇਹ ਹੋ ਵੀ ਜਾਏ
जिन्ना ज़्यादा एक्सपोजर एकदम टैक्नोलॉजी का स्क्रीन का लोगों को मिल गया, लोगों तो बाहर कढ़ना बहुत हार्ड हो जाएगा। पीपल आर लॉस्ट। वो एक ते ये जे होर थोड़ा लंबा चलिया बहुत डीपली इंपैक्ट करेगा। सोसाइटी ऑलरेडी सफ़र कर रही है। साढ़े कोल अज जो तुसीं ये देखो ना, आप गुरु के हजूर बैठे हो, जी ह्यूमन इंट्रैक्शन आ, जोड़ा इहदा जलवा आ, ये बंदे नूं वैसे ही समझ नहीं आ रहा। संगत का कॉन्सैप्ट जिहड़ा आ ना, मतलब बंदे ने की हालत की, मदर नेचर नाल प्ले करदियां होयां इहो जी हालात ले आंदे क्रिएट करके। आप देखोगे जे असीं कोविड की गल ही करिए तो कोविड नूं सही तरीके दे नाल स्प्रैड करन दे विच जिन्हां ने सब तो वड्डा कंट्रीब्यूशन कीता हैगा वो हैगे ने जिहड़े क्रूज़ करते हैं सीज़ के उत्ते लोग, क्रूज़ शिप्स। एंड सैकेंड जिहड़ी वड्डे लैवल ते बात बनी वो बनी खास करके साडी ट्रैवलिंग, एयर ट्रैवलिंग। हुण इस सारे नूं जे तुसीं देखो तो हकीकत ये है, बड़े एक कंपैक्ट जो उस तरीके के एनवायरमेंट दे विच सैकड़े सैकड़े लोग बस मतलब बिना किसी हाईजीन का ख्याल किए, बिना सारी जी वो सारे का सारा जोड़ा प्रॉब्लम सीगी उहदे नाल ये सब चीज़ां जनरेट तो होणियां ही सीगियां, जिहो जिहा लोगों ने लाइफ स्टाइल अडॉप्ट कर लिया सीगा। ये तो है भी करोना एक वर्स लैवल ते आ गया तो पता लग गया भी जी क्रूज़ लोग फन समझते सीगे, एक कितना ज़्यादा जिन्हों कहा जाए कि एक जड़ा जर्म्स नूं एक दूजे नूं फैलाण वास्ते ये माहौल जिहड़ा हिस्सा पांदा हैगा, इस सारे विच कंट्रीब्यूट करता हैगा। सो इहो जिहियां जिहड़ियां साडियां अपनियां एक्सरसाइज़ ने, प्रैक्टिसिस ने, वो सब इहदे लई जिम्मेवार बन रही ने। पर जो डीप लैवल ते जिहड़ी बात मैं करन लगा सीगा कि इस सारे दे विचों जे बंदा इस सारे नूं कंट्रोल करदा सब चीज़ां दे विच, ते जिहड़ा संगत दा नॉर्मल रूप सीगा, परिवारां दा जिहड़ी एक्चुअल लैवल साडी इंट्रैक्शन ते लव एंड अफैक्शन सीगा, उहनूं तुसीं इंजॉय कर सकदे। हुण करदियां करदियां हालात ये बन गए कि बंदा उस टैक्नीकल वर्ल्ड दे विच ते उहदे जरिए एक बड़े फैंटसी वर्ल्ड दे विच उहदे च गवाचदा तुरिया लगा जा रहा। हुण उस सारे दे अंदर जदों गवाच जांदा है, वो खंचत हो जाता है, उन्होंने कढ़ोगे किवें तुसीं? हालांकि बाणी तो यह कह रही है, शब्द का मुख परपज़ की है भी ये एक अखाड़ा आ, रास आ करतार की बनाई हुई, इस रास विच रोल मिले ने, बस रोल अदा करने, गवाचना नहीं ये विच। इस शब्द का मुख आशा है, परपज़ ये है, तो वो तो तुसीं एक पासे छड्डो, वो तो रोल पहचान के बंदे ने करके ते अदा करके बतीत होना है, बंदा तो किसी होर रोल च गवाच गया है। साढ़े एक बड़े नामवर रागी है ने, मैंने याद है कैलीफोर्निया कुछ समा पहला तो असी दिसंबर के महीने उत्थे सीगे इकट्ठे, तो वो स्टेज पर खुद कहता कि मैं तुहानूं सच्ची गल दसदा हाँ कि पिछले कुछ साल पहलों की गल करदा है, कहंदा इन्हां दिनां दे विच मैं स्टेट्स विच सीगा ते मैं इत्थों फोन किया तो दिसंबर के दिन आखिरी 2 हफ्ते साहिबजादियां दी शहादत दे तो सारे दिन होंदे ने, संगत विच एक माहौल बड़ा उस लैवल दा हुंदा है जिहदे च उत्साह भी हुंदा आ, शहादतां दा थोड़ी गमगीनता भी हुंदी है, मिक्सचर असीं साडे इमोशनल हुंदे ने। तो कहंदा मैं घर कॉल की तो कॉल करके मैं कहा भी वाइफ नाल गलबात हो रही तो बड़ी उदास जी है, तो मैं कहा भी की होया? तो उसने मैनू कोई नाम दसिया भी बिरजू की मौत हो गई है शायद, एवं करके क्या उसने कुछ। मैं क्या अच्छा चलो वागुरू का पाना आ, तो ये बिरजू है किहड़ा आ? मतलब आंढ गुआंढ च कोई रहिंदा होना, दिल्ली फैमिली रहिंदी है। वो कहती कमाल है, तुसीं किहड़ियां गल्लां कर, तुहानूं पता नहीं? वो कहते नहीं मैं तां ही तो पुछ रहा। वो कहती फला नाटक का जिहड़ा करैक्टर है उस तरीके नाल। वो कहंदा ओ हो लिटरली तौर पर कहंदा मैनूं महसूस होया कि आ हो की रहा है। शी इज लिविंग इन द टोटली फैंटसी वर्ल्ड। इतनी ज़्यादा अटैचमेंट उस तमाशे दे नाल, उस चीज़ दे नाल, हालांकि है तो कुछ भी नहीं, स्क्रीन प्ले है।
किसी डायरैक्टर ने लिखे दे विच उस तरीके रोल पाए ने ते रोल पर इतनी इमोशनली उहदे नाल अटैचमेंट, बिल्कुल अफसोस कहिंदी वो नाटक फलाना करैक्टर उहदी मौत हो गई तो वो कहंदा मैं उहनूं कह रहा कमलीए की कर रही है बाहर आ। हुण जिहड़े लोग अज दे इस माहौल तुसीं लोकां नूं सिनेमिਆਂ ਦੇ टीवी ਦੀਆਂ ਸਕਰੀਨਾਂ ਤੇ बैठ के अगे वरलाप करदिਆਂ ਨੂੰ देखो, उन्होंने तो तमाशा नहीं समझ आ रहा, आ वड्डा तमाशा किवें समझ लगेगा। गुरु बाबा जी कहिंदे हो संसार को समझ सही ढंग दे नाल, ये जिहड़ा जगत है ना ये सुपन संसार है। दाने लोगों ने कहा दो सुपने ने, दोनों सच भी ने दोनों झूठ भी ने। जिवें गुरु नानक साहब जदों शायद कलंदरी फकीर दे नाल बाबा जी की गल हुई ना, तो बाबा जी ने बड़े सत्कार नाल मिलिया, जी आया नूं कहा तो जी आया कह के बाबा जी ने कोल बिठाया तो वधिया आसन दे कहंदा है चंगा हो गया नानक शाह फकीर तुसी आए हो, चंगा हो गया। की होया? कह लगा होया ये कि जिहदे कोल कोई सवाल हुंदा, सवाली साडे कोल आउंदे लोग सवाल लैके असीं उन्हां दा जवाब देंदे। फकीर आ, सूफी फकीर सीगा, पर कहंदा बाबा नानक साडे भी सवाल हुंदे ने, असीं किहदे कोल जाइए? तुहाडे बारे पता लगा तुसीं बिल्कुल सच दा ही रूप हो, बस उस दिन तो उड़ीक ये सी किहड़ा दिन होए जिस दिन तुहाडे दीदार पैण, असीं अपने सवाल तुहाडे तो पुछीए। बाबा जी मुस्कुरा के कहन लगे पीर जी कोई ऐसी गल नहीं, जो दिल दे वलवले ने कहो। असीं उस करतार दे इस बनाए जगत विच एक दूजे नाल सहाई हाँ, जो होएगा उस तरीके नाल तुहाडी मदद करांगे इस संसार नूं समझण दे विच, तुहाडे सवालां दे हल लभण दे विच। हुण जदों ये बात हुई तो दे बड़े सवाल, बड़े कमाल दे जन्म साखी पढ़ो तुसीं, बड़ी बहुत मतलब उम्दा वार्तालाप बयान की गई है। वो बहुत सारे सवाल किए, एक सवाल ये भी सीगा पीर दा, बाबा नानक ये संसार सच्चा है कि झूठा, ये दसो। जे सच्चा है तो मरदा क्यों है, ते जे झूठा है तो फिर मिठा क्यों लगता है, ये दसो। फिर सुनना सवाल, ये संसार सच्चा है कि झूठा? जे सच्चा है तो मरदा क्यों है, जेकर झूठा है तो मिठा क्यों लगता है, बाबा ये दस। बाबा जी फिर मुस्कुरा के कहने लगे पीर जी बहुत वधिया आ, सही राज जा रहे हो। ये संसार अपनी जात करके सच्चा है, पर क्योंकि असीं इहनूं जातदे नहीं सही ढंग दे नाल, इस करके झूठा हो जाता। ਇਹਦੇ ਵਿੱਚ ਕਰਤਾਰ ਆਪ ਬੈਠਾ ਤਾਂ ਮਿੱਠਾ ਲੱਗਦਾ ਹੈ, ਪਰ ਕਿਉਂਕਿ ਅਸੀਂ ਮਿੱਠੇ ਦੇ ਮਗਰ ਭੱਜਦੇ ਹਾਂ, ਕਰਤਾਰ ਦੇ ਮਗਰ ਨਹੀਂ, ਇਸ ਤਰੀਕੇ ਨਾਲ ਇਹ ਫਿਰ ਝੂਠਾ ਹੋ ਜਾਂਦਾ। ਦੇਖਣਾ ਇਸ ਚੀਜ਼ ਨੂੰ, ਇਹ ਬਿਲਕੁਲ ਬਾਣੀ ਦਾ ਬਚਨ ਹੈ। ਅਸੀਂ ਬੀਤੇ ਕੱਲ ਵੀ ਸ਼ਾਇਦ ਬਾਤ ਕਰ ਰਹੇ ਸੀਗੇ ਕਿ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ। ਕਿਉਂ ਮਹਾਰਾਜ ਕਿਉਂ ਕੂੜਿਆ? ਕੂੜ ਕੂੜੈ ਨਿਹ ਲੱਗਾ ਵਿਸਰਿਆ ਕਰਤਾਰ। हर चीज गावे को तान होवे किसे तान गावे को दात जाने निशान। हर चीज रब दी दात समझ के उसकी निशानी जान के उसकी स्तुति च लग जाओ, ये संसार अखाड़ा तुहानूं किते लै जाएगा। जे इहदे विच तुसीं गवाच गए फिर मारे गए। इत्थों तक बंदा कहता चलो ठीक आ, मिठियां चीज़ां मिलन तो बंदा चलो वाहगुरू वाहगुरू भी करी जाता, शुक्र शुक्र भी करी जाता। जिथे कौड़ियां चीज़ां मिलन फिर तो नहीं शुक्र हो सकता ना, फिर तो भाई साहब फिर तो औखा काम है। बाबा जी ने कहा ना, कित्या दुख भूख सदमार कह ये पी दात तेरी दातार। ये जिहड़ा रंग आ, ये एहसास लैके आ, इहदे च जाके लगेगा अखाड़ा। हुण इस अखाड़े च देखो रोल मिले ने सारिਆਂ ਨੂੰ, ਕਿਸੇ ਨੂੰ ਕਿਵੇਂ ਦਾ ਰੋਲ ਮਿਲਿਆ, ਕਿਸੇ ਨੂੰ ਕਿਵੇਂ ਦਾ। ਆਪ ਆਪਣਾ ਰੋਲ ਪ੍ਰੋਪਰਲੀ ਅਦਾ ਕਰੋ, ਮਾਂ ਦਾ, ਪਿਤਾ ਦਾ, ਬੱਚੇ ਦਾ,
ਨੂੰਹ ਦਾ, ਜਵਾਈ ਦਾ। ਇਹ ਰੋਲ ਨੇ ਇੱਥੇ। ਕੋਈ ਵਰਕਰ ਆ, ਕੋਈ ਵਰਕਰ ਨੂੰ ਕੋਆਪਰੇਟ ਕਰਨ ਵਾਸਤੇ ਉਹਦਾ ਸੁਪਰਵਾਈਜ਼ਰ ਆ, ਕੋਈ ਸੁਪਰਵਾਈਜ਼ਰ ਨੂੰ ਮਨੀ ਪ੍ਰੋਵਾਈਡ ਕਰਨ ਵਾਲਾ ਓਨਰ ਆ। ਰੋਲ ਨੇ ਜਿਹਨੂੰ ਗੁਰੂ ਬਾਬਾ ਜੀ ਨੇ ਇਸ ਤਰ੍ਹਾਂ ਬਿਆਨ ਕੀਤਾ ਸੀ। ਆਸਾ ਕੀ ਵਾਰ ਸਾਰੀ ਇਹਦੇ ਉੱਤੇ ਲਿਖੀ ਗਈ ਹੈ। ਜਿੱਥੇ ਸ਼ੁਰੂਆਤ ਹੁੰਦੀ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ, ਨਾ ਹੁੰਦੂ ਹੀ ਕੁਦਰਤ ਸਾਜੀਏ, ਕਰਾਸਨ ਡਿੱਠੋ ਚਾਓ। ਕਿਤੇ ਅੱਗੇ ਜਾ ਕੇ ਜ਼ਿਕਰ ਕੀਤਾ ਜਾਂਦਾ ਹੈਗਾ ਇਹ ਕਰਤੇ ਦੀ ਖੇਡ ਆ। ਇੱਕ ਨਿਹਾਲੀ ਪਏ ਸਮਣੀ ਕੂ ਉੱਪਰ ਰਹਿਣ ਖੜੇ। ਕੁਝ ਉਹ ਨੇ ਜਿਹੜੇ ਸੁੱਤਾ, ਇੱਕ ਸ਼ਖਸ ਸੁੱਤਾ ਆ, 50 ਬੰਦੇ ਉਹਦਾ ਪਹਿਰਾ ਦੇ ਰਹੇ ਨਾਲੇ ਦੁਆਲੇ। ਇਹੀ ਦੇਖਦੇ ਹੋ ਨਾ, ਇੱਕ ਮੁਲਕ ਦਾ ਪ੍ਰਾਈਮ ਮਿਨਿਸਟਰ ਆ ਰਿਹਾ, 500 ਆਫਿਸਰ ਅੱਗੇ ਪਿੱਛੇ ਭੱਜੇ ਫਿਰਦੇ ਨੇ। ਕਮਾਲ ਹੈ। ਰੋਲ ਹੈ ਭਾਈ। ਇਹਨੂੰ ਆਇਆ, ਤੈਨੂੰ ਆਇਆ, ਤੈਨੂੰ ਆਇਆ, ਤੈਨੂੰ ਆਇਆ। ਹਰ ਇੱਕ ਦਾ ਰੋਲ ਉਸ ਰੂਪ ਦੇ ਚ ਅਦਾ ਕੀਤਾ ਜਾਏ। ਬੰਦਾ ਇਹ ਸੋਚੇ ਕਿ ਮੈਂ ਪ੍ਰਾਈਮ ਮਿਨਿਸਟਰ ਬਣਾਂਗਾ, 50 ਬੰਦੇ ਮੈਨੂੰ ਸਲੂਟ ਕਰਨਗੇ, ਵਾਹ ਵਾਟ ਅ ਨਾਈਸ ਥਿੰਗ। ਉਹ ਭਲੇ ਬੰਦੇ, ਕੱਲਾ 50 ਬੰਦਿਆਂ ਦਾ ਸਲੂਟ ਨਹੀਂ ਹੈਗਾ, ਹਜ਼ਾਰਾਂ ਲੱਖਾਂ ਕਰੋੜਾਂ ਬੰਦਿਆਂ ਦੀ ਜ਼ਿੰਦਗੀ ਵੀ ਤੂੰ ਸਵਾਰਨੀ ਹੈ। ਜ਼ਿੰਮੇਵਾਰੀ ਲੈ ਸਕਣਾ ਐਡੀ ਵੱਡੀ, ਫਿਰ ਵੱਧ ਅੱਗੇ ਆਇਆ। ਅਸੀਂ ਇਹ ਨਹੀਂ ਸਮਝਦੇ ਅੰਟਿਲ ਨਾਓ। ਇਵਨ ਕੋਵਿਡ ਦੀ ਸਿਚੁਏਸ਼ਨ ਹੋਈ ਤੇ ਲੋਕਾਂ ਨੂੰ ਹੁਣ ਪਤਾ ਲੱਗਾ, ਅੱਛਾ ਡਾਕਟਰ ਨਰਸਿਸ ਵੀ ਫਰੰਟ ਲਾਈਨਰ ਹੋ ਸਕਦੇ ਨੇ। ਅਦਰਵਾਈਜ਼ people were taking these profession as a good money. They were saying, oh ਇਸ ਫੀਲਡ ਚਲੇ ਜਾਓ, ਬਸ ਵਾਰੇ ਨਿਆਰੇ ਨੇ, ਏਡੇ ਏਡੇ ਮੋਟੇ ਚੈੱਕ ਨਹੀਂ ਚੱਕੇ ਜਾਂਦੇ ਬੰਦੇ ਤੋਂ। ਉਹ ਭਲੇ ਬੰਦੇ, ਗੱਲ ਚੈੱਕ ਦੀ ਨਹੀਂ, ਗੱਲ ਰਿਸਪੌਂਸਿਬਿਲਿਟੀ ਦੀ ਹੈ, ਜ਼ਿੰਮੇਵਾਰੀ ਦੀ ਹੈ। ਉਹ ਵੀ ਲੋਕ ਜਿਨ੍ਹਾਂ ਨੇ ਕਦੀ ਪ੍ਰੋਫੈਸ਼ਨ 'ਚ ਕੰਮ ਕੀਤਾ, ਲੰਬਾ ਸਮਾਂ ਛੱਡ ਕੇ ਚਲੇ ਗਏ ਕਿਸੇ ਹੋਰ, ਜਦੋਂ ਆ ਕੋਵਿਡ ਦੀ ਸਿਚੁਏਸ਼ਨ ਹੋਈ ਸਭ ਕੁਝ ਛੱਡ ਕੇ ਵਾਪਸ ਆ ਗਏ। ਪੈਸ਼ਨੇਟ ਨੇ। ਇਹ ਹੈ ਰੋਲ, ਇਹ ਹੈ ਰੋਲ ਪਹਿਚਾਨਣਾ, ਰੋਲ ਕਰਨਾ। ਉਹਦਾ ਇਹ ਅਖਾੜਾ ਬਣਾਇਆ ਆ। ਭਗਤੀ ਕੀ ਹੈ ਸਿੱਖੀ ਦੇ ਮੁਤਾਬਕ? ਮਾਲਾ ਫੇਰਨੀ ਇਕੱਲੀ ਭਗਤੀ ਨਹੀਂ ਗੀ। ਜੇ ਹੁੰਦੀ ਤੇ ਜੋਗੀ ਤੇ ਵਧੀਆ ਕਰ ਰਹੇ ਸੀਗੇ। ਬਾਬਾ ਜੀ ਕਹਿੰਦੇ ਸਮਾਧੀ ਲਾਣੀ ਭਗਤੀ ਨਹੀਂ ਗੀ। ਦੈਟ ਇਜ਼ ਜਸਟ ਪ੍ਰਿਟੈਂਡ ਐਕਸਰਸਾਈਜ਼ ਦੈਟ ਆਈ ਐਮ ਡੂਇੰਗ ਸਮਥਿੰਗ। ਜਿਹੜਾ ਅਸਲ ਦੇ ਵਿੱਚ ਭਗਤੀ ਹੈ ਉਹ ਤੇ ਹੈ ਮਨੁੱਖਤਾ ਦੀ ਸੇਵਾ। ਇਹ ਕਿਵੇਂ ਹੋਏਗੀ? ਜਿਹੜਾ ਰੋਲ ਮਿਲਿਆ ਉਹ ਰੋਲ ਅਦਾ ਕਰ। ਹਰ ਇੱਕ ਨੂੰ ਰੋਲ ਮਿਲਿਆ, ਕਿਸੇ ਦਾ ਰੋਲ ਘੱਟ ਨਹੀਂ ਧਰਤੀ ਦੇ ਉੱਤੇ, ਕਿਸੇ ਦਾ ਰੋਲ ਮਾੜਾ ਨਹੀਂ, ਕਿਸੇ ਦਾ ਰੋਲ ਤੁਸੀਂ ਇਵੈਲੂਏਟ ਕਰ ਹੀ ਨਹੀਂ ਸਕਦੇ। ਸੋ ਇਹ ਚੀਜ਼ ਹੈ, ਜਿਹੜਾ ਵੀ ਜਿਸ ਰੋਲ ਦੇ ਤੈਨੂੰ ਕਰਤਾਰ ਨੇ ਬਖਸ਼ਿਆ, ਤੈਨੂੰ ਮਿਲਿਆ, ਜਿਹੜੀ ਐਬਿਲਿਟੀ ਹੈ। ਤੇ ਇਹ ਜਿਹੜਾ ਸਹੀ ਰੂਪ ਵਿੱਚ ਮੈਡੀਟੇਸ਼ਨ ਵੀ ਹੈ ਨਾ, ਉਹ ਹੈ ਆਪਣੀ ਐਬਿਲਿਟੀ ਨੂੰ ਸਹੀ ਰੂਪ ਵਿੱਚ ਸਮਝਣਾ, ਆਪਣੇ ਤਾਣ ਨੂੰ ਸਮਝ, ਜੋ ਕੁਦਰਤ ਨੇ ਤੈਨੂੰ ਦਿੱਤਾ ਹੈਗਾ ਉਹਦੇ ਮੁਤਾਬਕ ਚੱਲ। ਤੁਸੀਂ ਵਨਸਪਤੀ ਨੂੰ ਦੇਖੋ, ਵਨਸਪਤੀ ਦੇ ਵਿੱਚ ਜਿਹੜਾ ਪੂਰਾ ਇਕੋ ਸਿਸਟਮ ਆ, ਹਰ ਇੱਕ ਜਿਹੜਾ ਇਹਦੇ ਵਿੱਚ ਕ੍ਰੀਚਰ ਆ, ਜਿਹੜੀ ਇਹਦੇ ਵਿੱਚ ਕੰਟਰੀਬਿਊਟ ਕਰਨ ਵਾਲੀ ਹਸਤੀ ਹੈ, ਉਹਦਾ ਆਪਣਾ ਰੋਲ ਆ। ਆਪਣੇ ਰੋਲ ਨੂੰ ਪੂਰੀ ਤਰ੍ਹਾਂ ਕਰ ਰਿਹਾ ਹੈ। ਬੰਦੇ ਦਾ ਵੀ ਆਪਣਾ ਰੋਲ ਹੈ। ਬੰਦਾ ਆਪਣੇ ਰੋਲ ਤੋਂ ਕਿਤੇ ਕਿਤੇ ਡਾਵਾਂਡੋਲ ਹੁੰਦਾ ਹੈ। ਫਿਰ ਇਕੱਲਾ ਉੱਥੇ ਨਹੀਂ, ਜਿੱਥੇ ਇੱਥੇ ਹੋਰ ਸਾਰੇ ਰੋਲ ਬਣਦੇ ਨੇ, ਮਾਂ ਦਾ, ਪਿਤਾ ਦਾ, ਭੈਣ ਦਾ, ਭਰਾ ਦਾ। ਰਿਲੇਸ਼ਨਸ਼ਿਪ ਡੀਲਿੰਗ ਇਜ਼ ਦ ਬਿਗੇਸਟ ਮੈਸ ਫਾਰ ਅਸ ਨਾਊਅਡੇਜ਼। ਵਾਈ ਵੀ ਹੈਵ ਦੈਟ ਮਚ ਸਟ੍ਰੈਸ? ਬਿਕੋਜ਼ ਵੀ ਡੋਂਟ ਨੋ ਹਾਊ ਟੂ ਡੀਲ ਵਿਦ ਇਨ ਆਵਰ ਰਿਲੇਸ਼ਨਸ਼ਿਪਸ। ਸਾਨੂੰ ਪਤਾ ਨਹੀਂਗਾ ਰਿਲੇਸ਼ਨਸ਼ਿਪਸ ਵਿੱਚ ਕਿਵੇਂ ਡੀਲ ਕਰਨਾ ਹੈਗਾ। ਸੋ ਸਾਰੇ ਦੇ ਕਰਕੇ ਮੈਸ ਬਣਦੀ ਹੈ। ਫਿਰ ਹੋਰ ਮੈਸ ਕ੍ਰੀਏਟ ਹੁੰਦੀ ਹੈ ਕਿ ਜਿਹੜੇ ਸਾਡੇ ਰੋਲ ਨੇ ਸੰਸਾਰ ਦੇ ਵਿੱਚ, ਜਿਹੜੇ ਅਸੀਂ ਭੱਜ ਰਹੇ ਹਾਂ ਚੀਜ਼ਾਂ ਦੇ, ਉਹ ਸੱਜੇ ਖੱਬੇ। ਮੈਨੂੰ ਲੱਗ ਰਿਹਾ ਕਿ ਨਹੀਂ ਮੈਨੂੰ ਜੇ ਕਿਤੇ ਆਹ ਰੋਲ ਮਿਲ ਜਾਏ ਨਾ, ਆਹ ਮੈਂ ਬੈਟਰ ਕਰ ਸਕਣਾ, ਜਿਹੜਾ ਆਹ ਮਿਲਿਆ ਇਹ ਨਹੀਂ ਠੀਕ। ਭਲੇ ਬੰਦੇ, ਇਹ ਵੱਡੇ ਡਰਾਮੇ ਦੇ ਵਿੱਚ ਕੁਦਰਤ ਨੇ ਤੈਨੂੰ ਜਿਹੜਾ ਰੋਲ ਦਿੱਤਾ ਉਹਦੇ ਉੱਤੇ ਐਮਫਸਾਈਜ਼ ਕਰ, ਧਿਆਨ ਦੇ, ਸਭ ਭਲਾ ਹੋਏਗਾ। ਗੁਰੂ ਅਰਜਨ ਸਾਹਿਬ ਬਿਆਨ ਕਰਦੇ ਇਹਦੇ 'ਚ, ਰਾਸ ਮੰਡਲ ਕੀਨੋ ਆਖਾਰਾ। ਇਹ ਰਾਸ ਪਾਈ ਤੇ ਇਹਦੇ 'ਚ ਇੱਕ ਮੰਡਲ ਬਣਾ ਕੇ, ਸਟੇਜ ਬਣਾ ਕੇ ਅਖਾੜਾ ਲਾਤਾ ਸਾਰੇ ਦਾ ਸਾਰਾ। ਸਗਲੋ ਸਾਜ ਰੱਖਿਓ ਪਸਾਰਾ, ਇਹ ਸਭ ਉਹਨੇ ਸਾਜਬਾਜ ਪਸਾਰਿਆ। ਇੱਥੇ ਨਾ ਜਜਮੈਂਟਲ ਹੋਣ ਦੀ ਲੋੜ ਆ, ਨਾ ਫਰਸਟ੍ਰੇਟ ਹੋਣ ਦੀ ਲੋੜ ਆ। ਗੁਰੂ ਬਾਬਾ ਜੀ ਕਦੀ ਨਹੀਂ ਹੋਏ। ਘਰਾਂ ਦੇ ਵਿੱਚ ਮੁਸ਼ਕਲਾਂ ਰਹੀਆਂ। ਸਾਡੇ ਘਰ ਦੇ ਵਿੱਚ ਇਹ ਹੁੰਦਾ ਹੈ ਕਿ ਮਾੜੀ ਜੀ ਗੱਲ ਨਾ ਬਣੇ, ਪਿਤਾ ਨਾਲ, ਮਾਂ ਨਾਲ, ਬੱਚੇ ਨਾਲ, ਵਾਈਫ ਨਾਲ, ਆਲੇ ਦੁਆਲੇ, ਬੰਦਾ ਬਹੁਤੀ ਵਾਰੀ ਬਿਲਕੁਲ ਅਪਸੈਟ ਹੋ ਜਾਂਦਾ ਵੀ ਨਾ, ਇਹਨਾਂ ਨੇ ਕਹਤੀ, ਮੈਨੂੰ ਤਾਂ ਕੋਈ ਅੰਡਰਸਟੈਂਡ ਹੀ ਨਹੀਂ ਕਰਦਾ। ਨੋਬਡੀ ਇਜ਼ ਏਬਲ ਟੂ ਅੰਡਰਸਟੈਂਡ ਮੀ। ਲਾਈਫ ਮੀਨਿੰਗਲੈਸ ਹੋ ਗਈ। ਗੁਰੂ ਨਾਨਕ ਸਾਹਿਬ ਨੂੰ ਦੇਖੋ,
ਕਿੱਡੇ ਵੱਡੇ ਮਿਸ਼ਨ ਨੂੰ ਸਮਰਪਿਤ ਹੈ ਲਾਈਫ ਉਹਨਾਂ ਦੀ। ਤੇ ਪਿਤਾ ਜੀ ਕਹਿੰਦੇ ਨਾ ਨਾ ਨਾ, ਇਹ ਕੰਮ ਨਹੀਂ ਕਰਨਾ, ਤੂੰ ਨਾ ਕਾਰੋਬਾਰ ਕਰ ਜਿਵੇਂ ਮੈਂ ਕਰਦਾ, ਬਸ ਤੂੰ ਬਸ ਪਟਵਾਰੀ ਬਣ ਜਾ ਤੂੰ। ਐਕਚੁਅਲੀ ਇਸ ਕਿਸਮ ਦੇ ਨਾਲ ਜਦੋਂ ਪਿਤਾ ਜੀ ਨੂੰ ਦੱਸਦੇ ਨੇ, ਸਮਝਾਉਂਦੇ ਨੇ, ਪਿਤਾ ਜੀ ਕਹਿੰਦੇ ਨਾ, ਇਹ ਚੀਜ਼ ਨਹੀਂ ਹੋ ਸਕਦੀ। ਸਾਡੀ ਜਗ੍ਹਾ ਆਉਂਦੇ ਬਾਬਾ ਜੀ ਨਿਰਾਸ਼ ਹੋ ਜਾਂਦੇ, ਇਹ ਤੇ ਗੱਲ ਠੀਕ ਨਹੀਂ ਗੀ। ਪਰ ਉਹਨਾਂ ਨੇ ਆਪਣੇ ਰੋਲ ਨੂੰ ਪਹਿਚਾਨਿਆ, ਪੂਰਾ ਕੀਤਾ, ਇਸ ਲੈਵਲ ਤੇ ਕੀਤਾ ਕਿ ਅੱਜ ਜਾਹਰ ਪੀਰ ਜਗਤ ਗੁਰੂ ਬਾਬਾ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਨਾਨਕ ਸਾਹਿਬ। ਸੋ ਇੱਥੇ ਸਾਹਿਬ ਬਿਆਨ ਕਰਦੇ, ਇਹ ਸਮਝ ਆ ਜਾਏ ਤੁਹਾਨੂੰ ਕਿ ਸਗਲੋ ਸਾਜ ਰੱਖਿਓ ਪਾਸਾਰਾ ਰਹਾਓ, ਬਹੁ-ਬਿਧ ਰੂਪ ਰੰਗ ਆਪਾਰਾ। ਬੜੀਆਂ ਵਿਧਾਂ, ਬੜੇ ਰੂਪ ਰੰਗ, ਜਿਹੜਾ ਡਾਈਵਰਸ ਲੈਵਲ ਹੈ ਸਾਰੇ ਦਾ ਸਾਰਾ। ਬੰਦੇ ਦੀ ਇੱਕੋ ਅਲਾਮਤ ਹੈ ਵੀ ਮੈਂ ਦੂਜੇ ਵਰਗਾ ਬਣ ਜਾ, ਕਾਪੀ ਕਰ ਲਵਾਂ। ਇਸ ਕਿਸਮ ਦੀਆਂ ਚੀਜ਼ਾਂ ਤੇ ਅਸੀਂ ਜ਼ਿਆਦਾ ਮਗਰ ਭਜਦੇ ਹਾਂ। ਗੁਰੂ ਬਾਬਾ ਜੀ ਕਹਿੰਦੇ ਨੇ ਉਹਨੇ ਬਹੁਤ ਵਿਧ, ਬੜਾ ਰੂਪ ਰੰਗ, ਜਿਹੜਾ ਕਿ ਬੜੀ ਇਹ ਵਨਸੁਵੰਨਤਾ ਰੂਪ ਲਿਆਂਦੀ ਹੈ। ਪੇਖਿਆ ਖੁਸ਼ੀ ਭੋਗ ਨਹੀਂ ਹਾਰਾ। ਬਾਕੀ ਜਿਹੜਾ ਉਹ ਆਪ ਵਿੱਚ ਰਵਦਾ ਹੋਇਆ ਸਭ ਕਾਸੇ ਨੂੰ ਭੋਗ ਰਿਹਾ ਹੈ। ਇਹ ਸਰੀਰ, ਇਹ ਕਲਬੂਤ ਦੇ ਵਿੱਚ ਪਈ ਹੋਈ ਐਨਰਜੀ ਉਹ ਆਪ ਹੀ ਤੇ ਹੈ। ਜਿਤਨੀ ਕੁ ਅੰਡਰਸਟੈਂਡਿੰਗ ਹੋ ਜਾਏ ਬੰਦੇ ਨੂੰ, ਫਿਰ ਜਿਹੜੇ ਗਿਵਨ ਸਿਚੁਏਸ਼ਨ ਹੈ ਸਾਨੂੰ, ਉਹਦੇ ਨਾਲ ਅਸੀਂ ਚੰਗੀ ਤਰ੍ਹਾਂ ਡੀਲ ਕਰ ਸਕਦੇ ਹਾਂ। ਗੁਰੂ ਬਾਬਾ ਜੀ ਨੇ ਬਿਆਨ ਕੀਤਾ ਕਿ ਪੇਖਿਆ ਖੁਸ਼ੀ ਭੋਗ ਨਹੀਂ ਹਾਰਾ, ਸਭ ਰਸ ਲੈਤ ਬਸਤ ਨਿਰਾਰਾ। ਸਭ ਰਸ ਲੈਂਦਿਆਂ ਹੋਇਆ ਇਹ ਸਾਰੇ ਤੋਂ ਨਿਆਰਾ ਰਹਿੰਦਾ ਹੈਗਾ। ਨਿਆਰਾ ਰਹਿਣ ਦਾ ਮਤਲਬ ਇਹੋ ਹੀ ਹੈ, ਸੰਸਾਰ ਵਿੱਚ ਰਹੋ, ਜੀਓ, ਮਾਣੋ, ਪਰ ਇਹਦੇ 'ਚ ਟੁੱਟਣ ਭੱਜਣ ਦੇ ਵਿੱਚ ਬਹੁਤੇ ਗਮਗੀਨ ਨਾ ਹੋਵੋ। ਮਤਲਬ ਇਹ ਨਾ ਕੋਈ ਸਦਾ ਵਾਸਤੇ ਰਹਿਣ ਵਾਸਤੇ ਬਣਿਆ, ਨਾ ਕੋਈ ਸਦਾ ਇਸ 'ਤੇ ਰਹਿ ਸਕਦਾ। ਗਰੰਟਡ ਤੇ ਕੁਛ ਵੀ ਨਹੀਂ ਹੈਗਾ। Everything, whatever we are witnessing, whatever we are enjoying over here, that is just for a time being. Why don't we grab this message? Why don't we understand this message in that way? ਮਹਾਰਾਜ ਕਹਿੰਦੇ ਇਹ ਸਮਝ ਕਿ ਇਹ ਜਿਹੜੀ ਚੀਜ਼ ਆ, ਇਹ ਸਾਰੇ ਦੇ ਵਿੱਚ ਵਿਚਰਦਿਆਂ ਹੋਇਆਂ, ਇਹ ਸਾਰੇ ਦੇ ਵਿੱਚ ਰਹਿੰਦਿਆਂ ਹੋਇਆਂ, ਬਸ ਤੂੰ ਸਭ ਰਸ ਲੈਤ ਬਸਤ ਨਿਰਾਰਾ। ਵਰਨ ਚਿੰਨ ਨਹੀਂ, ਵਰਨ ਚਿੰਨ ਨਾ ਹੀ, ਮੁਖ ਨਾ ਮਸਾਰਾ। ਨਾ ਉਹਦਾ ਵਰਨ ਹੈ, ਰੱਬ ਦਾ ਕਿਹੜਾ ਵਰਨ ਹੈ? ਕੋਈ ਕਹਿੰਦਾ ਚੰਦਰਵੰਸ਼ੀ ਹੈ, ਕੋਈ ਕਹਿੰਦਾ ਸੂਰਜਵੰਸ਼ੀ ਹੈ। ਇਹੋ ਜਿਹੀਆਂ ਡਿਬੇਟਸ ਭਾਰਤੀ ਖਿੱਤੇ 'ਚ ਰਹੀਆਂ। ਚਿੰਨ, ਉਹਨੂੰ ਪਹਿਚਾਨੋਗੇ ਕਿਵੇਂ? ਹਾਊ ਕੈਨ ਯੂ ਆਈਡੈਂਟੀਫਾਈ ਵਾਟ ਇਜ਼ ਗॉड? ਨਾ ਹੀ ਮੁਖ ਨਾ ਮਾਸਾਰਾ, ਨਾ ਉਹਦਾ ਕੋਈ ਮੂੰਹ ਹੈ, ਮਾਸਾਰਾ ਮੁੱਛਾਂ ਦਾੜੀ। ਮਹਾਰਾਜ ਕਹਿੰਦੇ ਕਿਸ ਤਰੀਕੇ ਦੇ ਨਾਲ ਉਹਨੂੰ ਤੁਸੀਂ ਫਿਗਰ ਆਊਟ ਕਰੋਗੇ, ਉਹ ਤੇ ਜੋਤ ਹੋ ਕੇ ਮੇਰੇ ਤੁਹਾਡੇ ਸਭ ਦੇ ਵਿੱਚ ਰਵ ਕੇ ਸਾਨੂੰ ਇਹ ਰੋਲ ਦੇ ਕੇ ਵਿੱਚ ਉਸ ਚੀਜ਼ ਨੂੰ ਮੰਜ਼ਰਿਆਮ ਕਰ ਰਿਹਾ ਹੈਗਾ। ਉਹ ਬਾਜੀਗਰ ਡੰਕ ਵਜਾ ਰਿਹਾ ਹੈਗਾ। ਅਗਲਾ ਬਚਨ ਲਿਖਿਆ ਹੈ, ਕਹਿਣ ਨਾ ਜਾਈ ਖੇਲ ਤੁਹਾਰਾ। ਬਾਕੀ ਜੋ ਕੋਈ ਕਹੇ ਕਿ ਓਕੇ ਗੁਰੂ ਸਾਹਿਬ ਤੁਸੀਂ ਇੱਕ ਬੜਾ ਸੋਹਣਾ ਖੇਡ ਨੂੰ ਐਕਸਪਲੇਨ ਕਰ ਰਹੇ ਹੋ, ਪਰ ਹੋਰ ਪੂਰੀ ਤਰ੍ਹਾਂ ਬਿਲਕੁਲ ਐਨ ਹੋਰ ਜ਼ਿਆਦਾ ਐਕਸਪਲੇਨੇਸ਼ਨ ਦਿਓ। ਬਾਬਾ ਜੀ ਕਹਿੰਦੇ ਸੱਚ ਹੈ, ਇਹ ਖੇਡ ਨੂੰ ਵੀ ਪੂਰੀ ਤਰ੍ਹਾਂ ਬਿਆਨ ਨਹੀਂ ਕੀਤਾ ਜਾ ਸਕਦਾ। ਹਾਂ, ਇਹਨੂੰ ਇੰਜੋਏ ਕਰੋ, ਮਾਣੋ, ਇਹਦੇ 'ਚ ਰਹਿੰਦਿਆਂ ਹੋਏ ਆਪਣੇ ਰੋਲ ਨੂੰ ਪਹਿਚਾਨੋ ਵਿਵੇਕਸ਼ੀਲ ਹੋ ਕੇ। ਇਹੀ ਭਗਤੀ ਹੈ। ਉਹਦੀ ਬਾਤ ਹੋਈ ਇਹਦੇ 'ਚ, ਕਹਿਣ ਨਾ ਜਾਈ ਖੇਲ ਤੁਹਾਰਾ, ਨਾਨਕ ਰੇਨ ਸੰਤ ਚਰਨਾਰਾ। ਇਹ ਨਾਨਕ ਹੈ ਮੈਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਹੋ ਜਾਵਾਂ। ਭਾਵ ਜਿਹੜੇ ਚੰਗੇ ਨੇ ਉਹਨਾਂ ਨਾਲ ਸੰਗਤ ਕਰਾਂ, ਉਹਨਾਂ ਦੀ ਸੋਹਬਤ ਰਹਾਂ, ਤਾਂ ਕਿ ਮੇਰੇ ਅੰਦਰ ਚੰਗਿਆਈਆਂ ਅੱਛਾਈਆਂ ਆਉਣ ਤੇ ਜਿਹੜਾ ਮੇਰਾ ਰੋਲ ਸਹੀ ਰੂਪ ਵਿੱਚ ਬਣਦਾ ਹੈ ਮੈਂ ਉਹਨੂੰ ਅਦਾ ਕਰ ਸਕਾਂ। ਸਾਹਿਬ ਰਹਿਮਤ ਕਰਨ ਐਸੇ ਆਲਮੀ ਅਲਾਹੀ ਅਕਮੀ ਵਾਕਏ ਚੋਂ ਚੰਗੇਰੀ ਪ੍ਰੇਰਨਾ ਮਿਲੇ, ਅਸੀਂ ਗੁਰਮਤੀਏ ਹੋ ਸਕੀਏ। ਇੱਥੇ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।